ਹੈਲੋ ਦੋਸਤੋ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਹੀ ਚੈਨਲ ਖਿਜਾ ਟਿਊਸ਼ਨ ਦੇ ਵਿੱਚ। ਤਾਂ ਤੁਹਾਡੇ ਨੈਕਸਟ ਜਿਹੜਾ ਅੱਜ ਦੇਖੋ, ਅੱਜ ਆਪਣਾ ਲੈਕਚਰ ਹੈਗਾ ਇੰਗਲਿਸ਼ ਦਾ। ਤਾਂ ਅੱਜ ਆਪਾਂ ਦੇਖੋ ਆਰਟੀਕਲ ਸਟਾਰਟ ਕੀਤੇ ਹੋਏ ਸੀ। ਅੱਜ ਆਪਾਂ ਆਰਟੀਕਲ ਦੇ ਪਾਰਟ 2 ਤੇ ਪਹੁੰਚ ਚੁੱਕੇ ਹਾਂ। ਆਰਟੀਕਲ ਦੇ ਪਾਰਟ 2 ਤੇ ਪਹੁੰਚ ਚੁੱਕੇ ਹਾਂ। ਇੱਕ ਪਾਰਟ ਪਹਿਲਾਂ ਵੀ ਆਰਟੀਕਲ ਦਾ ਜਿਹੜਾ ਅਪਲੋਡ ਹੋ ਚੁੱਕਿਆ ਆਪਣੇ ਚੈਨਲ ਤੇ ਪਿਆ ਜੀ। ਇੰਗਲਿਸ਼ ਦੇ ਕਈ ਲੈਕਚਰ ਆਪਣੇ ਚੈਨਲ ਤੇ ਪਏ ਹੈ, ਤੁਸੀਂ ਜਾ ਕੇ ਦੇਖੋ ਜੀ ਜਿਨ੍ਹਾਂ ਨੇ ਨਹੀਂ ਦੇਖੇ, ਜੋ ਫਸਟ ਵਾਰ ਦੇਖ ਰਹੇ ਹੈ। ਨਾਲ ਹੀ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਦੱਸਿਓ ਸਾਰੇ ਸਟੂਡੈਂਟਸ ਨੂੰ ਕਿ ਕਲਾਸ ਜਿਹੜੀ ਆਪਣੀ ਸਟਾਰਟ ਹੋ ਚੁੱਕੀ ਹੈ। ਤਾਂ ਫਿਰ ਤੁਹਾਨੂੰ ਮੈਂ ਦੇਖੋ ਜੀ, ਲਾਸਟ ਜਿਹੜਾ ਆਪਾਂ ਕੀ ਡਿਸਕਸ ਕੀਤਾ ਸੀ, ਲਾਸਟ ਚੈਪਟਰ 'ਚ ਆਪਾਂ ਪੜ੍ਹਿਆ ਸੀ ਦਾ। ਦੇਖੋ ਇੱਥੇ ਲਿਖਿਆ ਨਾ, ਲਾਸਟ ਲੈਕਚਰ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ, ਦਾ ਪੜ੍ਹਿਆ ਸੀ। ਅਤੇ ਅੱਜ ਆਪਾਂ ਕੀ ਇਨਡੈਫੀਨੇਟ ਆਰਟੀਕਲ ਏ ਅਤੇ ਐਨ ਕਿੱਥੇ ਕਿੱਥੇ ਯੂਜ਼ ਹੋਊਗਾ, ਏ ਅਤੇ ਐਨ। ਟੂਡੇ ਵੀ ਵਿਲ ਡਿਸਕਸ ਏ ਅਤੇ ਐਨ, ਮਤਲਬ ਏ ਐਂਡ ਐਨ ਕਿੱਥੇ ਲੱਗੂਗਾ, ਏ ਅਤੇ ਕਿੱਥੇ ਲੱਗੂਗਾ ਐਨ। ਆਪਾਂ ਲਾਸਟ ਲੈਕਚਰ ਦੇ ਵਿੱਚ ਦਾ ਦੇ ਸਾਰੇ ਰੂਲ ਪੜ੍ਹ ਲਏ ਸੀ। ਅੱਜ ਆਪਾਂ ਏ ਐਨ ਪੜ੍ਹਾਂਗੇ, ਨਾਲ ਆਪਾਂ ਬਲੈਂਕਸ ਵੀ ਥੋੜ੍ਹੀਆਂ ਜਿਹੀਆਂ ਬਲੈਂਕਸ ਜ਼ਿਆਦਾ ਨਹੀਂ ਹੈ, ਉਹਨਾਂ ਨੂੰ ਵੀ ਡਿਸਕਸ ਕਰਾਂਗੇ। ਤਾਂ ਜਲਦੀ ਨਾਲ ਸਾਰਿਆਂ ਨੂੰ ਦੱਸਿਓ ਜੀ। ਤਾਂ ਨੈਕਸਟ ਦੇਖੋ, ਇਹ ਲੈਕਚਰ ਆਖਰੀ ਹੈ ਕਿਉਂਕਿ ਆਪਾਂ ਦਾ ਵੀ ਕਰ ਲਿਆ। ਏ ਐਨ ਅੱਜ ਆਪਣਾ ਹੋ ਜਾਣਾ। ਅਤੇ ਨੈਕਸਟ ਲੈਕਚਰ ਜਿਹੜਾ ਇੰਗਲਿਸ਼ ਦਾ ਆਊਗਾ, ਉਹਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਪ੍ਰੈਪੋਜੀਸ਼ਨ। ਕੀ ਸ਼ੁਰੂ ਕਰਾਂਗੇ ਜੀ? ਪ੍ਰੈਪੋਜੀਸ਼ਨ। ਨੈਕਸਟ ਲੈਕਚਰ ਦੇ ਵਿੱਚ ਆਪਾਂ ਦੇਖੋ, ਆਪਾਂ ਟੈਂਸ ਵੀ ਕਰ ਲਏ। ਤੁਹਾਨੂੰ ਮੈਂ ਦੱਸ ਦੇਵਾਂ, ਜਿਹੜੇ ਫਸਟ ਵਾਰ ਦੇਖ ਰਹੇ ਨੇ, ਆਪਾਂ ਟੈਂਸ ਵੀ ਕਰ ਲਏ, ਆਰਟੀਕਲ ਵੀ ਅੱਜ ਆਪਣੇ ਕੰਪਲੀਟ ਹੋ ਗਏ। ਤਾਂ ਹੁਣ ਆਪਾਂ ਨੈਕਸਟ ਕਰਾਂਗੇ ਪ੍ਰੈਪੋਜੀਸ਼ਨਸ। ਠੀਕ ਹੈ ਜੀ। ਦੇਖੋ ਆਪਾਂ ਸਟਾਰਟ ਕਰਦੇ ਹਾਂ। ਦੇਖੋ ਹੁਣ ਆਪਾਂ ਪੜ੍ਹਾਂਗੇ ਕਿ ਕਿੱਥੇ ਕਿੱਥੇ ਲੱਗੂਗਾ ਏ ਅਤੇ ਐਨ। ਸਾਰਿਆਂ ਨੇ ਯਾਦ ਰੱਖਣਾ, ਨੋਟਸ ਉੱਪਰ ਲਿਖ ਲਓ। ਵੀ ਵਿਲ ਯੂਜ਼ ਏ ਅਤੇ ਐਨ। ਅਸੀਂ ਯੂਜ਼ ਕਰਾਂਗੇ, ਆਪਾਂ ਕੀ ਯੂਜ਼ ਕਰਾਂਗੇ? ਏ ਅਤੇ ਐਨ ਨੂੰ। ਕਿ ਇਹਦੇ ਰੂਲ ਕੀ ਹੈ, ਕਿੱਥੇ ਕਿੱਥੇ ਏ ਅਤੇ ਐਨ ਨੇ ਲੱਗਣਾ, ਯੂਜ਼ ਕਿੱਥੇ ਹੋਣਾ। ਤਾਂ ਦੇਖੋ ਧਿਆਨ ਨਾਲ ਦੇਖੋ ਜੀ, ਬਹੁਤ ਹੀ ਵਧੀਆ ਰੂਲ ਹੈ। ਤੁਹਾਨੂੰ ਮੈਂ ਦਾ ਦੇ ਰੂਲ ਵੀ ਕਿਹਾ ਸੀ ਕਿ ਬਹੁਤ ਜ਼ਿਆਦਾ ਵਧੀਆ। ਦੇਖੋ, ਸਿੰਗੂਲਰ ਕਾਊਂਟੇਬਲ ਨਾਊਨ ਤੋਂ ਪਹਿਲਾਂ ਹਮੇਸ਼ਾ ਏ ਅਤੇ ਐਨ ਦਾ ਪ੍ਰਯੋਗ ਹੁੰਦਾ ਹੈ। ਕਿੱਥੇ? ਸਿੰਗੂਲਰ ਕਾਊਂਟੇਬਲ ਨਾਊਨ। ਕਾਊਂਟੇਬਲ ਦਾ ਮਤਲਬ ਹੁੰਦਾ ਜਿਸ ਨਾਊਨ ਨੂੰ ਗਿਣਿਆ ਜਾ ਸਕੇ, ਉਹਨੂੰ ਕੀ ਕਹਿੰਦੇ? ਕਾਊਂਟੇਬਲ। ਸਿੰਗੂਲਰ ਕਾਊਂਟੇਬਲ ਨਾਊਨ ਤੋਂ ਪਹਿਲਾਂ ਏ ਅਤੇ ਐਨ ਦਾ ਪ੍ਰਯੋਗ ਹੁੰਦਾ। ਦੇਖੋ ਕੀ ਲਿਖਿਆ ਹੋਇਆ, ਆਈ ਹੈਵ ਆ ਪੈਨ। ਪੈਨ ਕੀ ਹੈ? ਸਿੰਗੂਲਰ ਹੈ, ਕਾਊਂਟੇਬਲ ਨਾਊਨ ਹੈ, ਤਾਂ ਏ ਲੱਗ ਗਿਆ। ਸ਼ੀ ਹੈਜ਼ ਆ ਕਾਰ। ਕਾਰ ਤੋਂ ਪਹਿਲਾਂ ਕੀ ਲੱਗ ਗਿਆ? ਏ ਲੱਗ ਗਿਆ। ਰਾਮ ਹੈਜ਼ ਐਨ ਅੰਬਰੇਲਾ। ਅੰਬਰੇਲਾ ਸਿੰਗੂਲਰ ਕਾਊਂਟੇਬਲ ਨਾਊਨ ਹੈ, ਐਨ ਲੱਗ ਗਿਆ। ਸ਼ੀ ਇਜ਼ ਆ ਹਾਊਸ ਵਾਈਫ। ਸਿੰਗੂਲਰ ਕਾਊਂਟੇਬਲ ਨਾਊਨ ਲੱਗ ਗਿਆ। ਸਿੰਗੂਲਰ ਕਾਊਂਟੇਬਲ ਨਾਊਨ ਤੋਂ ਪਹਿਲਾਂ ਏ ਲੱਗ ਗਿਆ। ਤਾਂ ਜਦੋਂ ਵੀ ਕੋਈ ਸਿੰਗੂਲਰ ਕਾਊਂਟੇਬਲ ਨਾਊਨ ਤੁਹਾਨੂੰ ਦਿਖੂਗਾ, ਉਸ ਤੋਂ ਪਹਿਲਾਂ ਹਮੇਸ਼ਾ ਕੀ ਲਾਓਗੇ ਤੁਸੀਂ? ਏ ਜਾਂ ਐਨ ਲਾਓਗੇ। ਕੀ ਲਾਓਗੇ? ਏ ਜਾਂ ਐਨ ਲਾਓਗੇ। ਤਾਂ ਹੁਣ ਇੱਕ ਨੋਟ ਹੈ ਜਿਹੜਾ, ਉਹ ਇੰਪੋਰਟੈਂਟ ਨੋਟ ਹੈ। ਦੇਖੋ ਸਾਰੇ ਸਟੂਡੈਂਟਸ, ਨੋਟ ਕੀ ਹੈ ਜੀ ਕਿ ਨੋਇਸ ਕੀ ਹੈ? ਨੋਇਸ ਇੱਕ ਅਨਕਾਊਂਟੇਬਲ ਨਾਊਨ ਹੈ। ਨੋਇਸ ਇੱਕ ਕੀ ਹੈ? ਅਨਕਾਊਂਟੇਬਲ ਨਾਊਨ ਹੈ। ਬਟ ਫਿਰ ਵੀ ਇਹਦੇ ਨਾਲ ਕੀ ਯੂਜ਼ ਕੀਤਾ ਜਾਂਦਾ? ਏ ਯੂਜ਼ ਕੀਤਾ ਜਾਂਦਾ। ਡੋ ਨੋਟ ਮੇਕ ਆ ਨੋਇਸ। ਨੋਇਸ ਤੋਂ ਪਹਿਲਾਂ ਵੀ ਕੀ ਲੱਗਦਾ? ਏ ਲੱਗਦਾ। ਇਸ ਚੀਜ਼ ਨੂੰ ਤੁਸੀਂ ਆ ਜਿਹੜਾ ਨੋਟ ਹੈ, ਇਹ ਇੰਪੋਰਟੈਂਟ ਨੋਟ ਹੈ, ਇਸ ਨੋਟ ਨੂੰ ਯਾਦ ਰੱਖਣਾ। ਇਹ ਨਾ ਸੋਚ ਲਓ ਕਿ ਨੋਇਸ ਕੀ ਹੈ? ਅਨਕਾਊਂਟੇਬਲ ਹੈ, ਤਾਂ ਇਹਦੇ ਨਾਲ ਅਸੀਂ ਆਰਟੀਕਲ ਨਾ ਲਾਈਏ। ਤਾਂ ਨੋਇਸ ਇੱਕ ਇਹੋ ਜਿਹਾ ਦੇਖੋ ਅਨਕਾਊਂਟੇਬਲ ਨਾਊਨ ਹੈ ਜਿਹਦੇ ਤੋਂ ਪਹਿਲਾਂ ਏ ਦਾ ਪ੍ਰਯੋਗ ਕੀਤਾ ਜਾਂਦਾ। ਡੂ ਨੋਟ ਮੇਕ ਅ ਨੋਇਸ। ਠੀਕ ਹੈ ਜੀ। ਇਹ ਸੈਂਟੈਂਸ ਨੂੰ ਤੁਸੀਂ ਯਾਦ ਰੱਖਣਾ। ਜਿਹੜੇ ਨੋਟ ਹੁੰਦੇ ਆ ਉਹਨਾਂ ਨੂੰ ਵੀ ਯਾਦ ਰੱਖਿਆ ਕਰੋ। ਮੈਂ ਫਿਰ ਇੱਕ ਵਾਰ ਦੱਸ ਦਿੰਦਾ ਕਿ ਸਿੰਗੂਲਰ ਕਾਊਂਟੇਬਲ ਨਾਊਨ ਤੋਂ ਪਹਿਲਾਂ ਏ ਅਤੇ ਐਨ ਦਾ ਯੂਜ਼ ਕੀਤਾ ਜਾਂਦਾ। ਕਾਊਂਟੇਬਲ ਦਾ ਮਤਲਬ ਹੁੰਦਾ ਜਿਸ ਨੂੰ ਗਿਣਿਆ ਜਾ ਸਕੇ। ਤਾਂ ਦੇਖੋ, ਇਹ ਆਪਣੇ ਕੋਲ ਐਗਜ਼ਾਮਪਲ ਸੀ। ਆਈ ਹੈਵ ਆ ਪੈਨ, ਸ਼ੀ ਹੈਜ਼ ਅ ਕਾਰ, ਰਾਮ ਹੈਜ਼ ਐਨ ਅੰਬਰੇਲਾ, ਸ਼ੀ ਇਜ਼ ਅ ਹਾਊਸ ਵਾਈਫ। ਜਦੋਂ ਵੀ ਨਾਊਨ ਆ ਜਾਊਗਾ, ਨਾਊਨ ਤੋਂ ਪਹਿਲਾਂ ਸਿੰਗੂਲਰ ਕਾਊਂਟੇਬਲ ਨਾਊਨ ਤੋਂ ਪਹਿਲਾਂ ਆਪਾਂ ਕੀ ਲਾਵਾਂਗੇ? ਏ ਲਾਵਾਂਗੇ ਜਾਂ ਫਿਰ ਐਨ ਲਾਵਾਂਗੇ। ਕਲੀਅਰ ਹੈ ਜੀ। ਪਹਿਲਾ ਤੁਹਾਨੂੰ ਰੂਲ ਬੜਾ ਇੰਪੋਰਟੈਂਟ ਰੂਲ ਸੀ। ਨੈਕਸਟ ਰੂਲ ਕੀ ਹੈ? ਦੇਖੋ ਨੈਕਸਟ ਰੂਲ ਕੀ ਹੈ, ਜਦੋਂ ਵੀ ਤੁਹਾਡੇ ਕੋਲ ਐਕਸਕਲਾਮੇਟਰੀ ਸੈਂਟੈਂਸ ਆ ਜਾਊਗਾ। ਕਿਹੜਾ ਸੈਂਟੈਂਸ? ਐਕਸਕਲਾਮੇਟਰੀ ਸੈਂਟੈਂਸ ਆ ਜਾਊਗਾ। ਉਹਦੇ ਵਿੱਚ ਵਟ ਅਤੇ ਹਾਓ ਕੀ ਆ ਜਾਊਗਾ? ਵਟ ਅਤੇ ਹਾਓ ਤੋਂ ਬਾਅਦ ਜਦੋਂ ਵੀ ਤੁਹਾਡੇ ਕੋਲ ਕੋਈ ਸਿੰਗੂਲਰ ਕਾਊਂਟੇਬਲ ਨਾਊਨ ਦਿੱਤਾ ਹੋਊਗਾ, ਉਸ ਤੋਂ ਪਹਿਲਾਂ ਵੀ ਕੀ ਲੱਗੂਗਾ? ਏ ਅਤੇ ਐਨ ਲੱਗੂਗਾ। ਧਿਆਨ ਨਾਲ ਸੁਣਦੇ ਜਾਓ ਜੋ ਮੈਂ ਕਹਿ ਰਿਹਾ। ਐਕਸਕਲਾਮੇਟਰੀ ਸੈਂਟੈਂਸ ਕਿਹੜੇ ਹੁੰਦੇ ਆ? ਜਿਹੜੇ ਆਪਾਂ ਨੂੰ ਹੈਰਾਨੀਜਨਕ। ਐਕਸਕਲਾਮੇਟਰੀ ਸੈਂਟੈਂਸ ਕਿਹੜੇ ਹੁੰਦੇ ਆ? ਹੈਰਾਨੀਜਨਕ ਵਾਲੇ ਸੈਂਟੈਂਸ। ਉਹਦੇ ਵਿੱਚ ਜਦੋਂ ਵਟ ਆ ਗਿਆ ਜਾਂ ਫਿਰ ਹਾਓ ਆ ਗਿਆ, ਉਹਦੇ ਨਾਲ ਵੀ ਜਦੋਂ ਵੀ ਤੁਹਾਡੇ ਕੋਲ ਕੋਈ ਉਦੋਂ ਬਾਅਦ ਜਿਹੜਾ ਸਿੰਗੂਲਰ ਕਾਊਂਟੇਬਲ ਨਾਊਨ ਦਿੱਤਾ ਹੋਊਗਾ, ਉਸ ਤੋਂ ਪਹਿਲਾਂ ਵੀ ਏ ਅਤੇ ਐਨ ਦਾ ਜਿਹੜਾ ਯੂਜ਼ ਉਹ ਹੋਣਾ ਹੈ। ਦੇਖੋ ਇਹਦੇ ਵਿੱਚ ਐਗਜ਼ਾਮਪਲਾਂ ਦਿੱਤੀਆਂ। ਵਟ ਲੱਗਿਆ, ਵਟ ਆ ਗ੍ਰੈਂਡ ਬਿਲਡਿੰਗ, ਤਾਂ ਇਹਦੇ ਗ੍ਰੈਂਡ ਬਿਲਡਿੰਗ ਤੋਂ ਅੱਗੇ ਕੀ ਲੱਗ ਗਿਆ? ਏ। ਵਟ ਆ ਪ੍ਰੀਟੀ ਗਰਲ,
ਤਾਂ ਇਹਦੇ ਤੋਂ ਅੱਗੇ ਕੀ ਲੱਗ ਗਿਆ ਏ। ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਇਹ ਰੂਲ ਵੀ ਇੰਪੋਰਟੈਂਟ ਹੈ। ਤਾਂ ਨੈਕਸਟ ਰੂਲ ਵੱਲ ਆਪਾਂ ਕਰਦੇ ਹਾਂ ਜੀ। ਦੇਖੋ ਨੈਕਸਟ ਰੂਲ ਕੀ ਹੈ, ਦੇਖੋ ਜਦੋਂ ਵੀ ਤੁਹਾਨੂੰ ਦੇਖੋ ਜਦੋਂ ਵੀ ਪ੍ਰਤੀ ਮਹੀਨਾ, ਜਿਹਨੂੰ ਆਪਾਂ ਕਹਿੰਦੇ ਹਾਂ ਪਰ ਮੰਥ, ਪ੍ਰਤੀ ਵਸਤੂ ਜਿਹਨੂੰ ਆਪਾਂ ਕਹਿੰਦੇ ਹਾਂ ਪਰ ਥਿੰਗ, ਦੀ ਕੀਮਤ ਦੇ ਸੰਦਰਭ ਵਿੱਚ ਵੀ ਏ ਅਤੇ ਐਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕਾਹਦੇ ਵਿੱਚ? ਪ੍ਰਤੀ ਮਹੀਨਾ ਮਤਲਬ ਇੱਕ ਮਹੀਨਾ, ਪ੍ਰਤੀ ਵਸਤੂ ਮਤਲਬ ਇੱਕ ਵਸਤੂ ਦੇ ਸੰਦਰਭ ਦੇ ਵਿੱਚ ਵੀ ਆਪਾਂ ਕੀ ਲਾਉਂਦੇ ਹਾਂ, ਏ ਜਾਂ ਐਨ ਲਾਉਂਦੇ ਹਾਂ। ਦੇਖੋ ਕਿਵੇਂ, ਦਿਸ ਕਾਰ ਰਨਸ 20 ਕਿਲੋਮੀਟਰ ਆ ਲੀਟਰ, 1 ਲੀਟਰ ਦੀ ਗੱਲ ਹੋ ਗਈ ਨਾ, ਆ ਲੀਟਰ। ਉਦੋਂ ਬਾਅਦ ਕੀ ਲਿਖਿਆ, ਆਈ ਅਰਨ 10,000 ਆ ਮੰਥ, ਮੰਥ ਤੋਂ ਪਹਿਲਾਂ ਵੀ ਦੇਖੋ ਇੱਕ ਮੰਥ ਦੀ ਗੱਲ ਕਰ ਰਹੇ ਨੇ। ਦ ਟ੍ਰੇਨ ਰਨਸ 20 ਕਿਲੋਮੀਟਰ ਐਨ ਆਵਰ, 1 ਆਵਰ ਦੀ ਗੱਲ ਕਰ ਰਹੇ ਨੇ। ਦੇਖੋ ਜਾਂ ਤਾਂ ਇੱਕ ਮਹੀਨੇ ਦੀ ਗੱਲ ਹੈ ਜਾਂ ਇੱਕ ਚੀਜ਼ ਦੀ ਗੱਲ ਹੈ, ਜਿਵੇਂ 1 ਲੀਟਰ ਹੋ ਗਿਆ, 1 ਮੰਥ ਹੋ ਗਿਆ, 1 ਘੰਟਾ ਹੋ ਗਿਆ, ਤਾਂ ਉਹਦੇ ਅੱਗੇ ਵੀ ਕਿ ਲੱਗ ਗਿਆ ਏ ਜਾਂ ਐਨ ਲੱਗ ਗਿਆ। ਇਹ ਵੀ ਇੰਪੋਰਟੈਂਟ ਹੈ, ਤੁਸੀਂ ਇਸ ਚੀਜ਼ ਨੂੰ ਯਾਦ ਰੱਖਣਾ। ਨੈਕਸਟ ਦੇਖੋ ਜੀ, ਨੈਕਸਟ ਵੀ ਬੜਾ ਇੰਪੋਰਟੈਂਟ ਤੇ ਵਧੀਆ ਰੂਲ ਹੈ। ਦੇਖੋ ਕੀ ਲਿਖਿਆ ਹੋਇਆ ਕਿ ਕੁਝ ਗਿਣਤੀ ਦੱਸਣ ਵਾਲੇ ਸ਼ਬਦ ਹੁੰਦੇ ਆ, ਕਿ ਕੁਝ ਕੁ ਸ਼ਬਦ ਜਿਹੜੇ ਕੁਝ ਕੁ ਵਰਡਸ ਆਪਾਂ ਨੂੰ ਪਤਾ ਕੀ ਹੁੰਦੇ ਆ, ਜਿਹੜੇ ਆਪਾਂ ਨੂੰ ਗਿਣਤੀ ਦੱਸਦੇ ਆ, ਜਿਵੇਂ 100, 1000, ਮਿਲੀਅਨ, ਡਜ਼ਨ, ਕਪਲ। ਇਹਨਾਂ ਤੋਂ ਪਹਿਲਾਂ ਕੀ ਲੱਗਦਾ, ਏ ਲੱਗਦਾ। ਮੈਂ ਫਿਰ ਦੱਸ ਦਿੰਦਾ, ਕੁਝ ਕੁ ਵਰਡਸ ਐਸੇ ਹੁੰਦੇ ਆ ਆਪਣੀ ਗ੍ਰਾਮਰ ਦੇ ਵਿੱਚ, ਇੰਗਲਿਸ਼ ਗ੍ਰਾਮਰ ਦੇ ਵਿੱਚ, ਜਿਹੜੇ ਆਪਾਂ ਨੂੰ ਗਿਣਤੀ ਦੱਸਦੇ ਨੇ। ਥਾਊਜ਼ੈਂਡਸ, ਹੰਡਰਡਸ, ਮਿਲੀਅਨਸ, ਡਜ਼ਨ, ਕਪਲ, ਮਤਲਬ 100 ਆ ਗਿਆ, 1000 ਆ ਗਿਆ, ਮਿਲੀਅਨ ਆ ਗਿਆ, ਡਜ਼ਨ ਆ ਗਿਆ, ਕਪਲ ਆ ਗਿਆ। ਹੁਣ ਇਹਦੀ ਐਗਜ਼ਾਮਪਲ ਦੇਖੋ, ਅ ਡੈਸ਼ ਡਜ਼ਨ ਪੈਨਸਿਲਸ ਵਰ ਬੋਟ ਬਾਏ ਹਰ, ਆ ਡਜ਼ਨ, ਇਹ ਡਜ਼ਨ। ਆਈ ਹੈਵ ਅ ਡੈਸ਼ 100 ਪੈਨਸ, ਤਾਂ ਕੀ ਆ ਗਿਆ, ਇਹ 100 ਪੈਨਸ। ਤਾਂ ਇਹਦੇ ਅੱਗੇ ਵੀ ਕੀ ਲੱਗ ਗਿਆ, ਏ ਲੱਗ ਗਿਆ। ਕਲੀਅਰ ਹੈ ਜੀ। ਆਈ ਹੈਵ ਡੈਸ਼ 100 ਪੈਨਸ, ਇਹ 100 ਪੈਨਸ। ਡੈਸ਼ ਅ ਡਜ਼ਨ ਪੈਨਸਿਲਸ ਵਰ ਬੋਟ ਬਾਏ ਹਰ, ਵੈਸੇ ਮੈਂ ਡੈਸ਼ ਤੋਂ ਬਾਅਦ ਇਹ ਬੋਲ ਰਿਹਾ ਕਿਉਂਕਿ ਮੇਰੇ ਮੂੰਹ 'ਤੇ ਹੀ ਸਾਰਾ ਕੁਝ ਮਤਲਬ ਹੈਗਾ, ਤਾਂ ਡੈਸ਼ ਡਜ਼ਨ ਆਏਗਾ, ਨੋਟ ਅ ਡੈਸ਼ ਅ ਡਜ਼ਨ, ਕਿਉਂਕਿ ਮੈਂ ਬੋਲ ਰਿਹਾ ਨਾ ਡੈਸ਼ ਅ ਡਜ਼ਨ, ਡੈਸ਼ ਡਜ਼ਨ ਪੈਨਸਿਲਸ ਵਰ ਬੋਟ ਬਾਏ ਹਰ, ਮਤਲਬ ਅ ਡਜ਼ਨ। ਕਲੀਅਰ ਹੈ। ਇੱਥੇ ਕੀ ਆਏਗਾ, ਅ ਪੈਨਸਿਲ, ਅ 100 ਪੈਨਸ। ਠੀਕ ਹੈ, ਜਦੋਂ ਵੀ ਇਹ ਵਰਡ ਆਉਣਗੇ ਨਾ ਤੁਹਾਡੇ ਕੋਲ 100, ਥਾਊਜ਼ੈਂਡਸ, ਮਿਲੀਅਨ, ਡਜ਼ਨ, ਕਪਲ, ਤਾਂ ਇਸ ਤੋਂ ਪਹਿਲਾਂ ਕੁਝ ਕੁ ਗਿਣਤੀ ਦੱਸਣ ਵਾਲੇ ਵਰਡ ਹੈ, ਇਸ ਤੋਂ ਪਹਿਲਾਂ ਕੀ ਲਾ ਦੋਗੇ ਤੁਸੀਂ, ਇਹ ਲਾ ਦੋਗੇ। ਕਲੀਅਰ ਹੈ। ਨੈਕਸਟ ਦੇਖੋ ਜੀ, ਨੈਕਸਟ ਇੰਪੋਰਟੈਂਟ ਦੇਖੋ ਕੀ ਚੀਜ਼ ਹੈ, ਜਦੋਂ ਵੀ ਤੁਹਾਡੇ ਕੋਲ ਹਾਫ ਔਰ ਫਰੈਕਸ਼ਨ ਤੋਂ ਪਹਿਲਾਂ ਵੀ ਕਾਹਦਾ ਪ੍ਰਯੋਗ ਕਰੋਗੇ, ਏ ਦਾ ਪ੍ਰਯੋਗ ਕਰੋਗੇ। ਇਹ ਮਤਲਬ ਕੀ ਹੈ ਇਸ ਚੀਜ਼ ਦਾ, ਹਾਫ ਔਰ ਫਰੈਕਸ਼ਨ ਤੋਂ ਪਹਿਲਾਂ ਵੀ ਕੀ ਯੂਜ਼ ਕਰੋਗੇ, ਏ ਯੂਜ਼ ਕਰੋਗੇ। ਦੇਖੋ ਕਿਵੇਂ, ਦੇਖੋ ਤੁਹਾਡੇ ਕੋਲ ਕੀ ਦਿੱਤਾ, 2 ਨਾਲ 1/4 ਮੀਟਰ, ਇਹਨੂੰ ਆਪਾਂ ਕੀ ਲਿਖਦੇ ਹਾਂ ਇੰਗਲਿਸ਼ ਲੈਂਗੁਏਜ ਦੇ ਵਿੱਚ, 2.5 ਕੁਆਟਰ ਮੀਟਰ। ਦੇਖੋ ਐਂਡ ਤੋਂ ਬਾਅਦ ਕੀ ਲੱਗਿਆ, ਕੁਆਟਰ ਮੀਟਰ, ਤਾਂ ਕੀ ਲੱਗ ਗਿਆ, ਏ। ਨੈਕਸਟ ਦੇਖੋ 3 ਦੇ ਨਾਲ ਕੀ ਲੱਗਿਆ ਹੋਇਆ, ਹਾਫ ਲੱਗਿਆ, ਇਹਨੂੰ ਕੀ ਲਿਖਦੇ ਹਾਂ, 3 ਐਂਡ ਆ ਹਾਫ ਕਿਲੋ, ਇਹ ਤੇ ਹਾਫ, ਆ ਹਾਫ ਕਿਲੋ। ਦੇਖੋ ਕਲੀਅਰ ਹੈ। ਜਦੋਂ ਵੀ ਤੁਸੀਂ ਇਹ ਫਰੈਕਸ਼ਨ ਜਾਂ ਹਾਫ ਦੀ ਗੱਲ ਕਰੋਗੇ ਨਾ, ਕੋਈ ਵੀ ਫਰੈਕਸ਼ਨ ਜਿਵੇਂ 1/4 ਹੈ, 1/2 ਹੈ, ਇਸ ਤੋਂ ਪਹਿਲਾਂ ਕੀ ਲਾਓਗੇ, ਏ ਲਗਾਓਗੇ। ਦੇਖੋ ਫਿਰ ਮੈਂ ਦੱਸ ਦਿੰਦਾ, ਦੇਖੋ ਤੁਹਾਡੇ ਕੋਲ ਫਰੈਕਸ਼ਨ 1/4 ਹੈ, 1/2 ਹੈ, ਇਸ ਤੋਂ ਪਹਿਲਾਂ ਕੀ ਲੱਗ ਗਿਆ, ਏ ਲੱਗ ਗਿਆ। ਕਿਵੇਂ, 2.5 ਏ ਕੁਆਟਰ ਮੀਟਰ, 3.5 ਕਿਲੋ। ਜਦੋਂ ਵੀ ਕੁਆਟਰ ਆਊਗਾ ਜਾਂ ਫਿਰ ਕੋਈ ਵੀ ਫਰੈਕਸ਼ਨ ਆਊਗੀ ਜਾਂ ਹਾਫ ਆਊਗਾ, ਕੁਛ ਵੀ ਆਊਗਾ, ਤੁਸੀਂ ਉਦੋਂ ਪਹਿਲਾਂ ਯਾਦ ਰੱਖਿਓ ਜਦੋਂ ਆ ਪੂਰਾ ਦਿੱਤਾ ਹੋਵੇ, ਜਿਵੇਂ 2 ਦੇ ਨਾਲ ਹਾਫ ਲੱਗਿਆ, 3 ਦੇ ਨਾਲ ਹਾਫ ਲੱਗਿਆ, ਇਸ ਤਰ੍ਹਾਂ। ਕਲੀਅਰ ਹੈ। ਨੈਕਸਟ ਦੇਖੋ, ਨੈਕਸਟ ਕੀ ਹੈ, ਮੈਨੀ, ਰੈਦਰ, ਕੁਆਇਟ, ਸੱਚ ਦੇ ਬਾਅਦ ਸਿੰਗੂਲਰ ਨਾਊਨ ਆਵੇ ਤਾਂ ਏ ਅਤੇ ਐਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਚਾਰੇ ਵਰਡ ਤੁਸੀਂ ਦੇਖ ਲਓ, ਕੀ ਲਿਖੇ ਹੋਏ ਆ, ਮੈਨੀ, ਰੈਦਰ, ਕੁਆਇਟ, ਸੱਚ। ਮੈਨੀ, ਰੈਦਰ, ਕੁਆਇਟ, ਸੱਚ। ਕੀ ਵਰਡ ਹੈ ਚਾਰੋਂ, ਮੈਨੀ, ਰੈਦਰ, ਕੁਆਇਟ, ਸੱਚ। ਮੈਨੀ, ਰੈਦਰ, ਕੁਆਇਟ, ਸੱਚ ਦੇ ਬਾਅਦ ਸਿੰਗੂਲਰ ਨਾਊਨ ਆਵੇ ਤਾਂ ਉਸ ਤੋਂ ਪਹਿਲਾਂ ਕੀ ਲੱਗੇਗਾ, ਏ ਜਾਂ ਐਨ। ਦੇਖੋ ਮੈਨੀ ਆ ਗਿਆ, ਸਿਟੀਜ਼ਨ ਆ ਗਿਆ, ਸਿੰਗੂਲਰ ਹੈ, ਏ ਲੱਗ ਗਿਆ। ਕੁਆਇਟ ਆ ਗਿਆ, ਇੰਪੋਰਟੈਂਟ ਟਾਸਕ, ਸਿੰਗੂਲਰ ਹੈ, ਐਨ ਲੱਗ ਗਿਆ। ਕਲੀਅਰ ਹੈ ਜੀ। ਮੈਨੀ ਆ ਸਿਟੀਜ਼ਨ ਵੁੱਡ ਵੈਲਕਮ ਸੱਚ ਅ ਚੇਂਜ, ਇਟ ਵਾਜ਼ ਅ ਕੁਆਇਟ ਐਨ ਇੰਪੋਰਟੈਂਟ ਟਾਸਕ। ਇਹ ਚੀਜ਼ ਬੜੀ ਇੰਪੋਰਟੈਂਟ ਹੈ, ਬਹੁਤ ਵਧੀਆ। ਮੈਨੀ, ਰੈਦਰ, ਕੁਆਇਟ, ਸੱਚ ਵੈਸੇ ਯਾਦ ਹੋ ਜਾਂਦੇ ਆ ਮੇਰੇ ਵਾਂਗੂ ਤੁਹਾਨੂੰ, ਜਦੋਂ 2-3 ਵਾਰੀ ਬੋਲ ਲਏ, ਮੈਨੀ, ਰੈਦਰ, ਕੁਆਇਟ, ਸੱਚ, ਮੈਨੀ, ਰੈਦਰ, ਕੁਆਇਟ, ਸੱਚ। ਠੀਕ ਹੈ। ਨੈਕਸਟ ਦੇਖੋ ਜੀ ਕੀ ਹੈ, ਦੇਖੋ ਕੁਝ ਕੁ ਨਾ ਫਿਕਸ ਫਰੇਜ਼ ਹੈ ਆਪਣੇ ਸਾਹਮਣੇ,
ਕੀ ਹੈ ਜੀ ਕੁਝ ਕੁ ਫਿਕਸ ਫਰੇਜ਼ ਦਾ ਮਤਲਬ ਜਿਵੇਂ ਈਡੀਅਮ ਫਰੇਜ਼ਿਸ ਹੁੰਦੇ ਨੇ ਫਿਕਸ ਹੁੰਦੇ ਆ, ਉਹ ਕਦੇ ਚੇਂਜ ਨਹੀਂ ਹੁੰਦੇ, ਤਾਂ ਉਹਨਾਂ ਦੇ ਵਿੱਚ ਜੋ ਵੀ ਹਮੇਸ਼ਾ ਏ ਤੇ ਐਨ ਲੱਗੂਗਾ ਨਾ ਉਹ ਉਵੇਂ ਲੱਗੂਗਾ। ਠੀਕ ਹੈ, ਉਸ ਫਰੇਜ਼ ਨੂੰ ਤੁਸੀਂ ਯਾਦ ਰੱਖਣਾ ਹੈ। ਦੇਖੋ ਫਸਟ ਫਰੇਜ਼ ਕੀ ਹੈ, ਇਨ ਅ ਫਿਕਸ, ਇਨ ਅ ਹਰੀ, ਇਨ ਅ ਨਟਸ਼ੈਲ, ਮੇਕ ਅ ਨੋਇਸ। ਨੈਕਸਟ ਕੀ ਹੈ, ਮੇਕ ਅ ਫੁੱਟ, ਕੀਪ ਅ ਸੀਕ੍ਰੇਟ, ਐਜ਼ ਅ ਰੂਲ, ਐਟ ਅ ਸਟੋਨਸ ਥਰੂ, a short while ago, at a loss, take a fancy to, take an interest in, take a liking, a pity, tell a lie। ਇਹ ਜਿੰਨੀਆਂ ਵੀ ਦੇਖੋ ਫਰੇਜ਼ ਹੈ ਨਾ, ਜਿਵੇਂ ਤੁਹਾਡੇ ਕੋਲ ਐਜ਼ ਡੈਸ਼ ਰੂਲ ਆ ਗਿਆ, ਉੱਥੇ ਤੁਹਾਨੂੰ ਯਾਦ ਹੋਣਾ ਚਾਹੀਦਾ ਐਜ਼ ਅ ਰੂਲ ਅਸੀਂ ਪੜ੍ਹਿਆ ਸੀ, ਤੁਹਾਨੂੰ ਯਾਦ ਹੋਣਾ ਚਾਹੀਦਾ ਕੀਪ ਅ ਸੈਕਰੇਟ ਅਸੀਂ ਪੜ੍ਹਿਆ ਸੀ। ਜਦੋਂ ਵੀ ਕੀਪ ਡੈਸ਼ ਸੈਕਰੇਟ ਆ ਗਿਆ ਤੁਸੀਂ ਉੱਥੇ ਇਹ ਲਾ ਦੇਣਾ। ਠੀਕ ਹੈ, ਕੁਝ ਕੁ ਜਿਹੜੀਆਂ ਫਿਕਸ ਹੁੰਦੀਆਂ ਇਹ ਕਦੇ ਨਹੀਂ ਬਦਲਦੀਆਂ, ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਯਾਦ ਰੱਖਣਾ ਪਊਗਾ ਤੁਹਾਨੂੰ ਕਿ ਜਦੋਂ ਵੀ ਕੋਈ ਈਡੀਅਮ ਫਰੇਜ਼ਿਸ ਜਾਂ ਐਗਜ਼ਾਮ 'ਚ ਆਉਂਦੀ ਹੈ ਤਾਂ ਉਹਨੂੰ ਉਵੇਂ ਦਾ ਉਵੇਂ ਅਸੀਂ ਲਿਖਣਾ ਹੈ। ਠੀਕ ਹੈ, ਨੈਕਸਟ ਦੇਖੋ ਜੀ, ਨੈਕਸਟ ਕੀ ਹੈ, ਪਲੂਰਲ ਨਾਊਨ ਤੋਂ ਪਹਿਲਾਂ ਕਦੇ ਵੀ ਏ ਤੇ ਐਨ ਨਹੀਂ ਲੱਗਦਾ। ਦੇਖੋ ਪਲੂਰਲ ਨਾਊਨ ਤੋਂ ਪਹਿਲਾਂ ਕਦੇ ਵੀ ਏ ਐਨ ਨਹੀਂ ਲੱਗਦਾ। ਦੇਖੋ ਬॉयज़ ਹੈ, ਬॉयज़ ਕੀ ਹੈ ਜ਼ਿਆਦਾ, ਉਹਦੇ ਅੱਗੇ ਕੀ ਲੱਗਿਆ ਏ ਹੈ ਜਿਹੜਾ ਨਹੀਂ ਲੱਗਣਾ। ਤੁਹਾਡੇ ਮੂਹਰੇ ਦੇਖੋ ਕਾਂਟਾ ਮਾਰਿਆ ਹੋਇਆ ਨਾ ਮੈਂ, ਇਹ ਬॉयज़ ਹੈਵ ਕਮ, ਤਾਂ ਇਹ ਬॉयज़ ਨਹੀਂ ਹੁੰਦਾ। ਠੀਕ ਹੈ, ਤਾਂ ਸਿੱਧਾ ਆਊਗਾ ਬॉयज़ ਹੈਵ ਕਮ। ਕਲੀਅਰ ਹੈ ਜੀ। ਠੀਕ ਹੈ, ਕਦੇ ਵੀ ਜਦੋਂ ਕੋਈ ਪਲੂਰਲ ਨਾਊਨ ਆ ਜਾਊਗਾ ਉਹਦੇ ਅੱਗੇ ਏ ਤੇ ਐਨ ਨਾ ਲਾ ਦਿਓ, ਉਹ ਗਲਤ ਹੋ ਜਾਣਾ। ਨੈਕਸਟ ਦੇਖੋ ਇੱਕ ਇੰਪੋਰਟੈਂਟ ਰੂਲ ਜਿਹੜਾ ਤੁਹਾਡੇ ਸਾਹਮਣੇ ਕੀ ਲਿਖਿਆ, ਜਦੋਂ ਵੀ ਆਰਟੀਕਲ ਦਾ ਪ੍ਰਯੋਗ ਹੈ ਨਾ ਜਿਹੜਾ ਕਾਈਂਡ ਆਫ, ਸੌਰਟ ਆਫ, ਟਾਈਪ ਆਫ, ਵੈਰਾਈਟੀ ਆਫ, ਚਾਰ ਵਰਡ ਧਿਆਨ ਨਾਲ ਸੁਣੋ ਮੈਂ ਕਿਹੜੇ ਬੋਲ ਰਿਹਾ, ਕਾਈਂਡ ਆਫ, ਸੌਰਟ ਆਫ, ਟਾਈਪ ਆਫ, ਵੈਰਾਈਟੀ ਆਫ, ਚਾਰ ਵਰਡ ਹੈ। ਇਸ ਤੋਂ ਬਾਅਦ ਜਦੋਂ ਵੀ ਨਾਊਨ ਆਊਗਾ ਉਸ ਤੋਂ ਪਹਿਲਾਂ ਜਿਹੜਾ ਕਦੇ ਵੀ ਏ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ, ਜਾਂ ਇੱਥੇ ਲਿਖਿਆ ਆਰਟੀਕਲ ਦਾ ਪ੍ਰਯੋਗ ਉਦੋਂ ਪਹਿਲਾਂ ਨਹੀਂ ਕੀਤਾ ਜਾਂਦਾ। ਦੇਖੋ ਕਿਹੜੇ ਕਿਹੜੇ ਵਰਡ ਹੈ, ਕਾਈਂਡ ਆਫ, ਸੌਰਟ ਆਫ, ਟਾਈਪ ਆਫ, ਵੈਰਾਈਟੀ ਆਫ ਦੇ ਬਾਅਦ ਨਾਊਨ ਤੋਂ ਪਹਿਲਾਂ ਜਿਹੜਾ ਆਰਟੀਕਲ ਦਾ ਪ੍ਰਯੋਗ ਹੈ ਨਹੀਂ ਕੀਤਾ ਜਾਂਦਾ। ਇਹਦੇ ਸਪੈਸ਼ਲ ਦੇਖ ਲਓ ਨਹੀਂ। ਹੁਣ ਦੇਖੋ ਕੀ ਲਿਖਿਆ ਹੈ, ਫਸਟ ਸੈਂਟੈਂਸ ਦੇ ਵਿੱਚ ਕੀ ਸੀ, ਵਟ ਸੋਰਟ ਆਫ ਅ ਮੈਨ ਹੀ ਇਜ਼, ਵਟ ਸੋਰਟ ਆਫ ਅ ਮੈਨ ਹੀ ਇਜ਼। ਇੱਥੇ ਮੈਂ ਕਾਂਟਾ ਪਤਾ ਕਿਉਂ ਮਾਰਿਆ, ਕਿਉਂਕਿ ਸੋਰਟ ਆਫ ਆ ਗਿਆ ਤੇ ਏ ਨਹੀਂ ਲੱਗਣਾ। ਅਗਲਾ ਸਹੀ ਸੈਂਟੈਂਸ ਕੀ ਹੈ, ਵਟ ਸੋਰਟ ਆਫ ਮੈਨ ਹੀ ਇਜ਼, ਵਟ ਸੋਰਟ ਆਫ ਮੈਨ ਹੀ ਇਜ਼। ਕਲੀਅਰ ਹੈ ਜੀ ਸਾਰਿਆਂ ਨੂੰ। ਤਾਂ ਹੁਣ ਆਪਾਂ ਬਲੈਂਕਸ ਕਰਦੇ ਹਾਂ, ਮੈਨੂੰ ਜਵਾਬ ਦਿਓ ਜੀ ਸਾਰੇ ਸਟੂਡੈਂਟ ਜਿਹੜੇ ਵੀ ਦੇਖ ਰਹੇ ਨੇ, ਕੀ ਆਏਗਾ ਆਨਸਰ। ਦੇਖੋ ਬਹੁਤ ਹੀ ਈਜ਼ੀ ਹੈ, ਦੇਖੋ ਬਹੁਤ ਹੀ ਈਜ਼ੀ ਹੈ, ਤਾਂ ਬਿਲਕੁਲ ਈਜ਼ੀਆਂ ਪਾਈਆਂ ਬਲੈਂਕਸ, ਕੋਈ ਡਿਫਿਕਲਟ ਬਲੈਂਕਸ ਨਹੀਂ ਹੈ ਵਿੱਚ। ਡੈਸ਼ ਮਹਾਭਾਰਤ ਇਜ਼ ਅ ਗ੍ਰੇਟ ਐਪਿਕ, ਡੈਸ਼ ਮਹਾਭਾਰਤ ਇਜ਼ ਅ ਗ੍ਰੇਟ ਐਪਿਕ। ऑप्शन है ए, ऑप्शन बी एन, ऑप्शन सी द, ऑप्शन डी नो आर्टिकल। ਕੀ ਆਏਗਾ, ਡੈਸ਼ ਮਹਾਭਾਰਤ ਇਜ਼ ਅ ਗ੍ਰੇਟ ਐਪਿਕ। ਕੀ ਆਏਗਾ ਜੀ ਏ ਐਨ ਦ ਨੋ ਆਰਟੀਕਲ ਦੇ ਵਿੱਚੋਂ। ਦੱਸੋ ਸਾਰੇ ਸਟੂਡੈਂਟਸ। ਵੈਸੇ ਕਿਸੇ ਵੀ ਸਟੂਡੈਂਟ ਦਾ ਗਲਤ ਤਾਂ ਹੋਣਾ ਹੀ ਨਹੀਂ ਮੈਨੂੰ ਲੱਗਦਾ, ਕੋਈ ਵੀ ਗਲਤ ਕਰਿਓ ਵੀ ਨਾ। ਠੀਕ ਹੈ, ਕਈ ਵਾਰੀ ਇਹ ਹੁੰਦਾ ਨਾ ਮਜ਼ਾਕ ਦੇ ਵਿੱਚ ਆਪਾਂ ਮਤਲਬ ਜਾਣ ਕੇ ਜਿੱਥੇ ਏ ਲਿਖਣਾ ਹੋਵੇ ਐਨ ਲਿਖ ਦਿੰਦੇ ਹਾਂ, ਕਿਉਂਕਿ ਵੈਰੀ ਮੋਸਟ ਈਜ਼ੀ ਹੈ ਨਾ ਇਹ, ਤਾਂ ਕਰਕੇ ਮਜ਼ਾਕ ਕਰਨ ਦੇ ਮਾਰੇ ਇੱਕ ਦੂਜੇ ਨੂੰ। ਤੇ ਕੀ ਆਏਗਾ ਇੱਥੇ, ਆਪਸ਼ਨ ਨੰਬਰ ਕੀ ਆਏਗਾ, ਸੀ ਆਏਗਾ द महाभारत। बिल्कुल राइट, ऑप्शन नंबर सी। नेक्स्ट देखो जी, नेक्स्ट की लिखा हुआ है, देखो ध्यान नाल, आई कॉन्सीडर इट डैश ऑनर टू मीट यू, आई कॉन्सीडर इट डैश ऑनर टू मीट यू, आई कॉन्सीडर इट डैश ऑनर टू मीट यू। ऑप्शन ए, ऑप्शन बी एन, ऑप्शन सी द, ऑप्शन डी नो आर्टिकल। वेरी मोस्ट ईजी है जी, की आएगा जल्दी दसो। आई कॉन्सीडर इट डैश ऑनर टू मीट यू, ए एन द, नो आर्टिकल। ए बी सी डी ਦੇ ਵਿੱਚੋਂ ਕੀ ਲੱਗਦਾ ਤੁਹਾਨੂੰ ਦੱਸੋ। आई कॉन्सीडर इट डैश ऑनर टू मीट यू की आएगा, ऑप्शन नंबर एन आएगा, एन ऑनर। क्लियर है, की आएगा एन ऑनर। नेक्स्ट देखो जी, नेक्स्ट की लिखा हुआ, वी कैन बाय ऑरेंजेस बाय डैश डजन, वी कैन बाय ऑरेंजेस बाय डैश डजन। ये बाय है ਜਿਹੜਾ ਖਰੀਦਣ ਵਾਲਾ ਬਾਏ ਹੈ, ਇਹ ਜਿਹੜੀ ਬਾਏ ਹੈ ਇਹ ਪ੍ਰੈਪੋਜੀਸ਼ਨ ਵਾਲੀ ਬਾਏ ਹੈ। ਦੋਨਾਂ ਦੇ ਵਿੱਚ डिफरेंस बोलते बाय है, बट ये वर्ब है, दिस इज़ अ प्रैपोजिशन, ये प्रैपोजिशन है। ठीक है, नैक्सट टॉपिक आप प्रैपोजिशन का ही करना है जी, बड़ा वधिया टॉपिक है, बड़ा ईजी टॉपिक है। देखो वी कैन बाय ऑरेंजेस बाय डैश डजन, ऑप्शन ए बी सी डी ए एन दा की आएगा, हुणे दस्सिया मैं, दसो जी की आएगा। ये टॉपिक के एग्जाम एक ब्लैंक्स पूछन जाने के चांस भी बहुत है भी बहुत वधिया तो ईजी टॉपिक। की आएगा, ऑप्शन ए डजन। की आएगा, ए डजन। तो बहुत वधिया दस रहे हो जी, जेडे भी स्टूडेंट दस रहे हो।
देखो जी हुण अपना अज जिवें सैटरडे है, कल सवेरे 10 बजे अपनी संडे स्पैशल क्लास भी है जी, सारे स्टूडेंट्स ने आना, हर संडे होंदी है, ठीक है। फिर परसों सोमवार नूं अपना जिहड़ा फिर इंग्लिश का लैक्चर होगा प्रैपोजिशनस का। देखो की आएगा नेक्स्ट, आई वॉन्ट टू स्टडी एट डैश यूनिवर्सिटी अब्रॉड। आई वॉन्ट टू स्टडी एट डैश यूनिवर्सिटी अब्रॉड की आएगा एन ए द नो आर्टिकल ABCD दे विचों दसो की आएगा जी। आई वॉन्ट टू स्टडी एट डैश यूनिवर्सिटी अब्रॉड, ऑप्शन ए, ऑप्शन बी, ऑप्शन सी, ऑप्शन डी, जल्दी नाल दसो की लगता थानू की आएगा। वेरी ईजी है जी, वेरी ईजी। की आएगा ऑप्शन नंबर बी ए यूनिवर्सिटी। नेक्स्ट करते हैं आप, नेक्स्ट देखो, नेक्स्ट है ही विल रिटर्न इन डैश आवर। ही विल रिटर्न इन डैश आवर, ऑप्शन ए आवर, ऑप्शन बी एन आवर, ऑप्शन सी द आवर, ऑप्शन डी नो आर्टिकल आवर। दसो की आएगा। आई विल रिटर्न इन डैश आवर, राइट ऑप्शन दसो जल्दी नाल ABCD। की लगता थानू की आवेगा। ABCD, आई विल रिटर्न इन एन आवर, ऑप्शन नंबर बी एन आवर, बिल्कुल राइट, बहुत ईजी। नेक्स्ट क्वेश्चन, क्वेश्चन नंबर 7 थोड़े सामने देखो जी। द रिच शुड हैल्प डैश पुअर, ऑप्शन ए पुअर, ऑप्शन बी एन पुअर, ऑप्शन सी द पुअर, ऑप्शन डी नो आर्टिकल। की लगता देखो जो इतने द रिच लिखे ना, ये पूरी कम्यूनिटी को शो कर रहा है, किनू शो कर रहा है, पूरी कम्यूनिटी को शो कर रहा है। द रिच मतलब पूरे अमीर लोगों की कम्यूनिटी को शो कर रहा है। द रिच शुड हैल्प डैश पुअर, दसो की आएगा। अमीर लोगों की जी सोसाइटी है उन्होंने गरीब लोगों की मदद जी वो करनी चाहिए है। द रिच शुड हैल्प द पुअर, इत्थे भी पूरी कम्यूनिटी की गल है, द पुअर। तो बहुत वधिया गल है जी, बहुत वधिया दस रहे हो। तो नैक्सट क्वेश्चन देखो जी, नैक्सट क्वेश्चन देखो, आई फर्स्ट मैट हिम डैश ईयर अगो। आई फर्स्ट मैट हिम डैश ईयर अगो, ऑप्शन ए ईयर अगो, ऑप्शन बी एन ईयर अगो, ऑप्शन सी द ईयर अगो, ऑप्शन डी नो आर्टिकल। ए एंड द नो आर्टिकल दसो की आएगा। की आएगा जी आ ईयर अगो, ऑप्शन नंबर ए आएगा आ ईयर अगो। तो ऑप्शन ए बिल्कुल राइट है। नेक्स्ट देखो जी, नेक्स्ट ब्लैंक्स, मई या मे इज़ डैश होटेस्ट मंथ ऑफ ईयर। इतना लिखा है मे, MAY, मे मतलब मई महीना। मे इज़ डैश होटेस्ट मंथ ऑफ ईयर, ए होटेस्ट, एन होटेस्ट, द होटेस्ट या नो आर्टिकल। देखो मैं कहा ना सुपरलेटिव डिग्री आ गई, की आ गई सुपरलेटिव डिग्री। तो इहदे अगे की लगेगा जी, जल्दी नाल दसो। मे इज़ डैश होटेस्ट मंथ ऑफ द ईयर, दसो जी की आएगा। होटेस्ट मतलब सुपरलेटिव डिग्री है, तो ऑप्शन नंबर सी द होटेस्ट। तो बिल्कुल बिल्कुल बहुत हो गया, सुपरलेटिव डिग्री तो पहला की आएगा, हमेशा द आएगा। नेक्स्ट ब्लैंक्स देखो, नेक्स्ट ब्लैंक्स की है जी, कालिदास इज़ डैश शेक्सपियर ऑफ इंडिया। कालिदास इज़ डैश शेक्सपियर ऑफ इंडिया, ऑप्शन ए आ शेक्सपियर ऑफ इंडिया, ऑप्शन बी एन शेक्सपियर ऑफ इंडिया, ऑप्शन सी द शेक्सपियर ऑफ इंडिया, ऑप्शन डी नो आर्टिकल। दसो कालीदास दे देखो मैं थानू ये पहला रूल करवाया सी, जो दा दे रूल करवाए सी ना, उदों जिहड़ा पहला रूल थानू मैं करवाया सी ना, वो यही सीगा, कालीदास इज़ द शेक्सपियर ऑफ इंडिया। की आया द, ऑप्शन नंबर सी। तो अज आर्टिकल अपना खत्म हुंदा। नैक्सट आप शुरू करांगे प्रैपोजिशनस नैक्सट इंग्लिश के लैक्चर दे विच। बहुत बहुत धन्यवाद जी, कमेंट जरूर कर दिओ कि किवें लग्गिया थानू अज दा लैक्चर। बहुत बहुत धन्यवाद सारे स्टूडेंट्स का, बहुत बहुत शुक्रिया।